ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਨਾਲ ਜੁੜੇ ਹੋਏ तमाम ਦਰਸ਼ਕਾਂ ਦਾ ਨਿੱਘਾ ਸਵਾਗਤ। ਇਹ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਅਸੀਂ ਵੱਖ-ਵੱਖ ਮਾਹਿਰਾਂ ਦੇ ਨਾਲ ਗੱਲ ਕਰਦੇ ਹਾਂ, ਤੁਹਾਨੂੰ ਜੋੜਦੇ ਹਾਂ ਤੁਹਾਡੇ ਭਵਿੱਖ ਦੇ ਵਿੱਚ ਰੁਜ਼ਗਾਰ, ਐਜੂਕੇਸ਼ਨ ਨੂੰ ਲੈ ਕੇ, ਜੌਬਸ ਨੂੰ ਲੈ ਕੇ, ਤਾਂ ਕਿ ਕੋਈ ਨਾ ਕੋਈ ਟਿਪਸ ਮਿਲ ਸਕਣ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਡੈਂਟਿਸਟ ਦੀ। ਡੈਂਟਿਸਟ ਤੋਂ ਭਾਵ ਇਕੱਲਾ ਇੰਡੀਅਨ ਡੈਂਟਿਸਟ ਨਹੀਂ, ਇਹਦੇ ਵਿੱਚ ਕੈਨੇਡਾ ਜਾਣ ਵਾਲੇ, ਕੈਨੇਡਾ ਜਾ ਕੇ ਪੜ੍ਹਨ ਵਾਲੇ, ਇੱਥੋਂ ਕੈਨੇਡਾ ਦੇ ਵਿੱਚ ਪੱਕਾ ਹੋ ਕੇ ਜਾਣ ਵਾਲੇ, ਜਿਹੜੇ ਇੱਛਾ ਰੱਖਣ ਵਾਲੇ ਕੈਂਡੀਡੇਟਸ ਨੇ, ਉਹਨਾਂ ਬਾਰੇ ਚਰਚਾ ਕਰਾਂਗੇ। ਦੋ ਐਕਸਪਰਟ, ਦੋ ਮਹਿਮਾਨ ਨੇ, ਕਿਉਂਕਿ ਜਦੋਂ ਵੀ ਤੁਸੀਂ ਵਿਦੇਸ਼ ਜਾਣਾ ਹੈ ਤੁਹਾਨੂੰ ਕਾਨੂੰਨੀ ਸਲਾਹ ਦੀ ਵੀ ਲੋੜ ਪੈਂਦੀ ਹੈ ਔਰ ਨਾਲੋਂ ਨਾਲ ਉਸ ਫੀਲਡ ਦੇ ਮਾਹਿਰ ਦੀ ਵੀ ਲੋੜ ਪੈਂਦੀ ਹੈ ਜਿਨ੍ਹਾਂ ਨੇ ਇਹਦੇ ਵਿੱਚੋਂ ਸਾਰਾ ਕੁਝ ਸਿਸਟਮ ਪ੍ਰੈਕਟੀਕਲ ਦੇਖਿਆ ਹੁੰਦਾ। ਉਹ ਤੁਹਾਨੂੰ ਟਿਪਸ ਦੇ ਜ਼ਰੀਏ ਇੱਕ ਸਫਲਤਾ ਦੇ ਵਿੱਚ ਬਹੁਤ ਵੱਡਾ ਸਹਾਈ ਜਿਹੜਾ ਰਾਹ ਹੈ ਉਹ ਦਿਖਾ ਸਕਦੇ ਨੇ। ਸੋ ਤੁਹਾਨੂੰ ਲੈ ਕੇ ਚੱਲਾਂਗੇ ਜੀ ਦਿੱਲੀ, ਔਰ ਦੂਸਰੇ ਮਹਿਮਾਨ ਇਸ ਵਕਤ ਸਾਡੇ ਨਾਲ ਅੰਟਾਰੀਓ ਕੈਨੇਡਾ ਤੋਂ ਜੁੜੇ ਹੋਏ ਨੇ। ਸੋ ਅਸੀਂ ਗੱਲ ਕਰ ਰਹੇ ਹਾਂ ਜੀ ਸ਼ਾਹੀ ਸ਼ਹਿਰ, ਬਾਗਾਂ ਤੇ ਰਾਗਾਂ ਦਾ ਸ਼ਹਿਰ ਪਟਿਆਲਾ, ਦਿੱਲੀ ਤੇ ਅੰਟਾਰੀਓ ਦੇ ਤਿੰਨ ਸਟੂਡੀਓ ਦੇ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਜੁੜਿਆ ਹੈ ਜੀ। ਇਸ ਵਕਤ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਡੈਂਟਿਸਟ ਤੌਰ ਤੇ ਜਾਣਾ ਹੈਗਾ, ਉਹਨਾਂ ਵਾਸਤੇ ਕਿਹੜੀਆਂ ਸ਼ਰਤਾਂ ਹੋਣਗੀਆਂ। ਮੇਰੇ ਨਾਲ ਇਸ ਵਕਤ ਡਾਕਟਰ ਉਪਮਾ ਨਰੂਲਾ ਜੀ ਨੇ, ਜੋ ਕਿ ਓਨਟਾਰੀਓ ਤੋਂ ਜੁੜੇ ਨੇ, ਜੋ ਕਿ ਡੈਂਟਿਸਟ ਨੇ, ਇੰਡੀਆ ਦੇ ਵਿੱਚ ਵੀ ਔਰ ਕੈਨੇਡਾ ਦੇ ਵਿੱਚ ਵੀ ਪੱਕੇ ਤੌਰ ਤੇ ਉੱਥੇ ਪ੍ਰੈਕਟਿਸ ਕਰ ਰਹੇ ਨੇ। ਉਪਮਾ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਮੇਰੀ ਆਵਾਜ਼ ਸੁਣ ਪਾ ਰਹੇ ਹੋ ਜੀ? ਸਤਿ ਸ਼੍ਰੀ ਅਕਾਲ ਜੀ। ਦੂਸਰੇ ਮਹਿਮਾਨ ਨੇ ਜੀ ਵੈਭਵ ਜੀ, ਜਿਨ੍ਹਾਂ ਨੇ ਕਿ ਪੜ੍ਹਾਈ ਕੀਤੀ ਹੈ ਕਾਨੂੰਨ ਦੀ, ਇਮੀਗ੍ਰੇਸ਼ਨ ਦੇ ਕਾਨੂੰਨ ਦੀ, ਕਿ ਕਿਵੇਂ ਕਾਨੂੰਨੀ ਤੌਰ ਤੇ ਕਿਸੇ भी व्यक्ति ਨੂੰ ਉਹਨਾਂ ਨੇ ਕੈਨੇਡਾ ਲੈ ਕੇ ਜਾਣਾ ਹੈ। वैभव जी आपका बहुत बहुत स्वागत है इस प्रोग्राम में। थैंक यू। सत श्री अकाल जी। उपमा जी पहले मैं ਤੁਹਾਡੇ ਵੱਲ ਆਉਂਗਾ। ਜਿਹੜਾ ਇੱਕ ਡੈਂਟਿਸਟ ਹੈ ਉਹਦੇ ਬਾਰੇ ਆਮ ਪੰਜਾਬ ਦੇ ਵਿੱਚ ਜਾਂ ਕੈਨੇਡਾ 'ਚ ਚਰਚਾ ਹੈ ਕਿ ਉੱਥੇ ਬਹੁਤ ਮਹਿੰਗੇ ਨੇ, ਲੋਕ ਇੱਥੇ ਇਲਾਜ ਕਰਾਉਣ ਆਉਂਦੇ ਨੇ। ਉਹ ਇੱਕ ਵੱਖਰਾ ਮੈਟਰ ਹੈ, ਵੱਖਰਾ ਇਸ਼ੂ ਹੈ, ਤੇ ਆਵਾਂਗੇ। ਇੱਥੋਂ ਜਦੋਂ ਕਿਸੇ ਨੇ ਭਾਰਤ ਤੋਂ ਜਾਂ ਪੰਜਾਬ ਤੋਂ ਜਾਣਾ ਹੈ, ਉਹਦੀ ਜਿਹੜੀ ਬੈਕਗਰਾਉਂਡ ਹੈ ਉਹ ਕੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਕੈਨੇਡਾ ਦੇ ਵਿੱਚ ਪੜ੍ਹ ਸਕੇ? ਜੀ, ਡੈਂਟਿਸਟਰੀ ਵਿੱਚ ਦੇਖੋ ਯੂਜੂਅਲੀ ਜਾਂ ਤਾਂ ਲੋਕਾਂ ਨੇ ਇੰਡੀਆ ਤੋਂ BDS ਕੀਤੀ ਹੁੰਦੀ ਜਾਂ ਤਾਂ MDS ਕੀਤੀ ਹੁੰਦੀ ਹੈ, ਔਰ ਫਿਰ ਇੱਥੇ ਆ ਕੇ ਉਹਨਾਂ ਦੀ ਜਿਹੜੀ ਡਿਗਰੀ ਹੈ, ਭਾਵੇਂ BDS ਹੋਵੇ ਜਾਂ MDS ਹੋਵੇ, ਉਹ ਵੈਲਿਡ ਨਹੀਂ ਹੁੰਦੀ, ਤਾਂ ਉਹਨੂੰ ਅਪਗ੍ਰੇਡ ਕਰਨਾ ਪੈਂਦਾ ਵਾ। ਅਪਗ੍ਰੇਡੇਸ਼ਨ ਦੀ ਇੱਥੇ ਇੱਕ ਡਿਫਰੈਂਟ ਪ੍ਰੋਸੈਸ ਹੈ। ਉਹਦੇ ਵਿੱਚ ਦੋ ਆਪਸ਼ਨਸ ਨੇ, ਜਾਂ ਤਾਂ ਤੁਸੀਂ ਸਿੱਧਾ ਐਗਜ਼ਾਮਸ ਚੈਲੰਜ ਕਰ ਸਕਦੇ ਹੋ, ਔਰ ਜਾਂ ਤੁਹਾਨੂੰ ਸਕੂਲ ਵਾਪਸ ਜਾਣਾ ਪੈਂਦਾ, ਡੈਂਟਲ ਸਕੂਲ। ਬਟ ਕੋਈ ਵੀ ਤੁਹਾਡਾ ਐਕਸਪੀਰੀਅੰਸ ਜਾਂ ਪੜ੍ਹਾਈ ਸਿਰਫ ਤੇ ਸਿਰਫ ਇੰਡੀਆ ਦੀ ਜਿਹੜੀ ਹੈਗੀ ਹੈ, ਉਹ ਸਿਰਫ ਇਮੀਗ੍ਰੇਸ਼ਨ ਦੀ ਕੰਮ ਆਉਂਦੀ ਹੈ। ਇੱਥੇ ਆ ਕੇ ਉਹ ਚੀਜ਼ ਬਿਲਕੁਲ ਨਿਲ ਹੋ ਜਾਂਦੀ ਹੈ। ਇੱਥੇ ਤੁਹਾਨੂੰ ਵਾਪਸ ਤੋਂ ਸਕ੍ਰੈਚ ਤੋਂ ਹੀ ਸਾਰਾ ਕੁਝ ਸ਼ੁਰੂ ਕਰਨਾ ਪੈਂਦਾ ਹੈ ਜੀ। ਜਿਸ ਤਰ੍ਹਾਂ ਕਿ ਨਰਸਸ ਬਾਰੇ ਕਿਹਾ ਜਾਂਦਾ ਕਿ ਰਜਿਸਟਰਡ ਹੋਣਾ ਪੈਂਦਾ ਉਹਨਾਂ ਨੂੰ ਉੱਥੇ ਕੰਮ ਕਰਨ ਲਈ। ਤੁਸੀਂ ਕਿਹਾ ਇੱਥੇ ਜਾਂ ਤਾਂ ਫਿਰ ਟੈਸਟ ਪਾਸ ਕਰੋ, ਨਹੀਂ ਤੇ ਫਿਰ ਸਕੂਲ ਜਾਣਾ ਪੈਂਦਾ ਹੈਗਾ। ਐਮ ਆਈ ਰਾਈਟ ਨਾ? ਜੀ, ਟੈਸਟ ਵੀ ਏਦਾਂ ਹੈ ਕਿ ਜੇ ਸਕੂਲ ਵੀ ਜਾਣਾ ਉਹਦੇ ਲਈ ਵੀ ਟੈਸਟ ਪਾਸ ਕਰਨੇ ਆ। ਤੁਸੀਂ ਡਾਇਰੈਕਟ ਸਕੂਲ ਤੋਂ ਨਹੀਂ ਮਿਲ ਸਕਦੀ ਤੁਹਾਨੂੰ। तो ਇੱਥੇ ਜਿਹੜੀ ਡੈਂਟਿਸਟ ਹੈ, ਔਰ ਉਹ ਇੱਕ ਬਹੁਤ ਹੀ ਜ਼ਿਆਦਾ ਰੈਗੂਲੇਟਡ ਪ੍ਰੋਫੈਸ਼ਨ ਹੈ, ਔਰ ਉਹਦੇ ਵਿੱਚ ਐਂਟਰ ਕਰਨ ਲਈ ਤੁਹਾਨੂੰ ਇੱਥੋਂ ਦੀ ਅਪਗ੍ਰੇਡੇਸ਼ਨ ਕਰਨੀ ਹੀ ਪੈਂਦੀ ਹੈ। ਅਦਰਵਾਈਜ਼ ਈਵਨ ਕਲੀਨਿਕਸ ਤੇ ਵੀ ਤੁਸੀਂ ਨਾਰਮਲ ਅਸਿਸਟੈਂਟਸ ਦੀ ਵੀ ਜੌਬ ਲੈਣੀ ਬਹੁਤ ਮੁਸ਼ਕਿਲ ਹੈ ਜੀ। ਵੈਭਵ ਜੀ, ਕਿਹੜੇ ਕਿਹੜੇ ਤਰੀਕੇ ਨੇ ਜਿਨ੍ਹਾਂ ਦੇ ਵਿੱਚ ਭਾਰਤੀ ਲੋਕ ਜਾਂ ओवरसीज तो कोई भी व्यक्ति इंडिया से या किसी भी देश से ट्रैवल करना चाहे कनाडा में, PR के तौर पे, स्टडी वीज़ा के तौर पे, वर्क परमिट पे, क्या क्या ऑप्शंस हैं, कौन से वीज़ा हैं एक डेंटिस्ट के लिए? तीन तरीके के इनफैक्ट मैं बोलूंगा वीजा हैं। कि पहले इमिग्रेशन देखना क्यों जरूरी है, क्योंकि अगर आप यहाँ से कनाडा में डेंटिस्ट एज अ बनना भी चाहते हैं और अपनी एप्लीकेशन और अपने कोर्सेज भी करना चाहते हैं, तो अगर कोई शॉर्ट टर्म कोर्स है जो कि 6 महीने से लेस का है, या आपको सिर्फ एग्जाम चैलेंज करने जाना है और एग्जाम देने जाना है, तो आपको टूरिस्ट वीजा लेना पड़ेगा सिर्फ एग्जाम देने जाने के लिए, क्योंकि आपको स्टडी परमिट मिलेगा नहीं, क्योंकि आप पूरा कोर्स कर नहीं रहे। दूसरा ऑप्शन है कि आप इंस्टेड ऑफ चैलेंजिंग स्ट्रेट अवे, आप बोलते हैं कि मैं सीधा PR की एप्लीकेशन लगाऊं, जिसमें इंडिया का सारा एक्सपीरियंस और इंडिया का सारा एजुकेशन काउंट हो जाता है। उस केस में आप सीधा PR लेके जा सकते हैं। थर्ड केस है कि आप लेट्स सपोज PR डायरेक्टली नहीं हो पा रहा बिकॉज ऑफ आपका वर्क एक्सपीरियंस है, आपका इंग्लिश, जो भी जितने भी पैरामीटर्स हैं, तो आप एक कोर्स परस्यू कर सकते हैं कनाडा में
जो कि पोस्ट ग्रेजुएट कोर्सेज में आ जाएगा, और आपको एक स्टडी परमिट मिल जाएगा जिससे आप स्टडी करने सीधा जा सकते हैं। एंड देन आपके पास सेम ऑप्शन जो इंडिया में था, वहां पे भी आपको पीआर का ऑप्शन मिल जाएगा, जो कि कैनेडियन एक्सपीरियंस क्लास में फॉल हो जाएगा अगर आप कैनेडियन एक्सपीरियंस और एजुकेशन ले लेंगे। मैं तीनों कैटेगरी के बारे में थोड़ा डिटेल में बात करनी चाहूंगा। पहला आता है जिस टेस्ट को हमने पास करने जाना है, टूरिस्ट वीजा लेके, कौन इंडियन इस टेस्ट को पास करने के लिए जा सकता है, उसकी क्या क्वालिफिकेशन चाहिए इंडिया में? ये उपमा को बताया कि अगर हम चैलेंज करते हैं एग्जाम्स तो कौन कौन से एग्जाम्स हैं। जी उपमा जी, अगर एग्जाम्स ਇੱਥੇ ਚੈलेंज ਕਰਨੇ ਆ ਕੈਨੇਡਾ ਵਿੱਚ ਤਾਂ ਤੁਸੀਂ BDS ਜਾਂ MDS ਕੋਈ ਵੀ ਡਿਗਰੀ ਹੋਵੇ ਤੁਹਾਡੇ ਕੋਲ, ਮਿਨੀਮਮ BDS ਉਹ ਬੰਦਾ ਜਾ ਕੇ ਚੈलेंज ਕਰ ਸਕਦਾ ਐਗਜ਼ਾਮਸ ਨੂੰ। ਵੈਭਵ ਜੀ, ਦੂਸਰਾ ਪੁਆਇੰਟ ਤੁਸੀਂ ਕਿਹਾ ਕਿ ਡਾਇਰੈਕਟ ਸਟ੍ਰੇਟ ਵੇ PR, ਇਹ PR ਤੁਸੀਂ ਫੈਡਰਲ ਸਕਿਲਡ ਵਰਕਰ ਦੀ ਗੱਲ ਕਰ ਰਹੇ ਹੋ? यस, तो मैं एक उपमा के पॉइंट पे भी एक पॉइंट ऐड करना चाहूंगा कि आप एग्जाम चैलेंज तो कर दोगे और आप एग्जाम क्लियर भी कर दोगे, बट ऑब्वियसली आप रुक नहीं सकते कंट्री में, बिकॉज आप एक टूरिस्ट वीजा पे गए हैं तो आपको वापस आना ही पड़ेगा एंड आपको सीधे रास्ते से पीआर लगाना पड़ेगा। तो अगर मैं यहाँ से पीआर की बात कर रहा हूँ डायरेक्टली, तो वो फेडरल स्किल्ड वर्कर ही है, क्योंकि आपके पास कनेडियन एक्सपीरियंस नहीं है जिसमें फॉरेन एक्सपीरियंस काउंट हो जाता है, तो वो फेडरल स्किल्ड वर्कर प्रोग्राम ही बनता है। उसमें जब जितने CRS बनेगा उस हिसाब से आपका IT आएगा। जितनी CRS बनेगा IT आएगा, कि आपको कोई प्रोविंस नॉमिनेट कर देगा अगर डायरेक्टली एक्सप्रेस एंट्री लिंक्ड है। जी, अब तीसरा मुद्दा आ जाता है कि हमारे पास टूरिस्ट वीजा भी नहीं है, हमारे पास डायरेक्ट CRS नहीं बन पा रहा, पूल में हमारी एंट्री नहीं हो रही, और हमारे पास जो वे है वो है स्टडी वीजा। तो इसका क्या मेथड है स्टडी वीजे का? कितने टाइम की स्टडी करनी पड़ेगी कनाडा में? तो आपको कम से कम मिनिमम, अगर आप स्टडी वीजा के लिए एलिजिबल होना चाहते हैं, तो पहली बात है कि आपको 6 महीने से ऊपर का कोर्स करना ही पड़ेगा, राइट, क्योंकि 6 महीने से नीचे तो वैसे ही हम टूरिस्ट वीजा में फिर से क्लासिफाई हो जाते हैं। और ऊपर से आपको अगर पोस्ट ग्रेजुएट वर्क परमिट चाहिए तो आपको कम से कम 8 महीने का कोर्स तो लेना ही पड़ेगा। तो जनरली अगर आप पोस्ट ग्रेजुएट सर्टिफिकेट कोर्सेज देखेंगे, वो जनरली ऑन एन एवरेज अच्छे की पब्लिक कॉलेजेस में सब मिनिमम 8 महीने के होते ही हैं, राइट। अब आपको अपनी सिचुएशन के हिसाब से ये देखना होगा कि मैं कौन सा कोर्स करूं, क्योंकि कौन से कोर्स के मुझे क्रेडिट्स आगे मिल सकते हैं अपने डेंटिस्ट के लिए। दूसरा कि मुझे पोस्ट ग्रेजुएट वर्क परमिट कैसा मिलेगा। तीसरा, मुझे अपॉर्चुनिटी कैसी मिलेगी काम करने की, कि मैं कहाँ पढ़ने जाऊं, ताकि मेरे को डेंटिस्ट के पास जाके भी कल को प्रैक्टिकल एक्सपीरियंस लेना पड़ सकता है, राइट, अगर आपको कैनेडियन लेबर मार्केट में एंटर करना है। तो ये सारे सर्कमस्टेंसेस देख के ही हम कोर्स चूज कर सकते हैं। जी उपमा जी, जिस तरह ਤੁਸੀਂ ਇੰਡੀਆ ਦੇ ਵਿੱਚ ਵੀ ਡੈਂਟਿਸਟ ਰਹੇ ਔਰ ਇਸ ਵਕਤ ਕੈਨੇਡਾ ਦੇ ਵਿੱਚ ਵੀ ਹੈਗੇ ਹੋ, ਜਦੋਂ ਇੱਥੋਂ ਬੰਦਾ ਸ਼ਿਫਟ ਹੁੰਦਾ ਹੈ, ਇੱਥੋਂ ਪ੍ਰੋਪਰ ਪੜ੍ਹਾਈ ਕਰਕੇ ਜਾਂਦਾ ਹੈ, ਉੱਥੇ ਜਾ ਕੇ ਨਵੇਂ ਸਿਰੋਂ ਬਹੁਤ ਕੁਝ ਕਰਨਾ ਪੈਂਦਾ। ਸੋ ਕੀ ਫਰਕ ਹੈ ਦੋਵਾਂ ਦੇ ਵਿੱਚ, ਉੱਥੋਂ ਦੇ ਜਿਹੜੇ ਡੈਂਟਿਸਟ ਨੇ ਤੇ ਇੱਥੋਂ ਦੇ ਡੈਂਟਿਸਟ ਨੇ, ਉਹਨਾਂ ਦੀ ਐਜੂਕੇਸ਼ਨ ਦੇ ਵਿੱਚ, ਉਹਨਾਂ ਦੇ ਪ੍ਰੈਕਟੀਕਲ ਵਰਕ ਦੇ ਵਿੱਚ? ਜੀ ਸਭ ਯੂਜੂਅਲੀ ਜਦੋਂ ਇੰਡੀਆ ਤੋਂ ਡੈਂਟਿਸਟ ਕੈਨੇਡਾ ਆਉਂਦੇ ਨੇ, ਉਹਨਾਂ ਨੂੰ ਬਹੁਤ ਸਾਰੇ ਚੈਲੰਜਸ ਫੇਸ ਕਰਨੇ ਪੈਂਦੇ ਨੇ। ਔਰ ਮੇਰੇ ਐਕਸਪੀਰੀਅੰਸ ਵਿੱਚ ਇੱਕ ਸਭ ਤੋਂ ਵੱਡਾ ਹੁੰਦਾ ਹੈ ਮੈਂਟਲੀ ਚੈਲੰਜਿੰਗ ਜਿਹੜੀ ਚੀਜ਼ ਹੁੰਦੀ ਹੈ ਕਿ ਤੁਸੀਂ ਇੰਡੀਆ ਵਿੱਚ ਡੈਂਟਿਸਟ ਐਜ਼ ਕੰਮ ਕਰਦੇ ਰਹੇ ਹੋ, ਬਟ ਕੈਨੇਡੀਅਨ ਲੈਂਗੁਏਜ ਯੂ ਆਰ ਨਾਟ ਅ ਡੈਂਟਿਸਟ। ਸੋ ਤੁਹਾਨੂੰ ਇੱਥੇ ਆ ਕੇ ਕੋਈ ਡੈਂਟਲ ਕਲੀਨਿਕ ਹਾਇਰ ਨਹੀਂ ਕਰਦਾ ਕੁਝ ਵੀ ਜੌਬ ਕਰਨ ਲਈ। ਈਵਨ ਤੁਸੀਂ ਅਸਿਸਟਿੰਗ ਵੀ ਨਹੀਂ ਕਰ ਸਕਦੇ ਜਦੋਂ ਤੱਕ ਤੁਹਾਡੇ ਕੋਲ ਇੱਥੋਂ ਦਾ ਅਸਿਸਟਿੰਗ ਦਾ ਵੀ ਲਾਇਸੈਂਸ ਹੋਵੇ। ਸੋ ਯੂਜੂਅਲੀ ਡੈਂਟਿਸਟ ਔਰ ਜੌਬਸ ਕਰਨੀਆਂ ਪੈਂਦੀਆਂ ਨੇ। ਤੁਸੀਂ ਸਟੋਰਸ ਤੇ ਕੰਮ ਕਰ ਰਹੇ ਹੋ, ਗਰੋਸਰੀ ਸਟੋਰਸ ਤੇ ਜਾਂ ਟਿਮ ਹਾਰਟਨਸ ਵਗੈਰਾ ਤੇ ਕੰਮ ਕਰ ਰਹੇ ਹੋ। ਸੋ ਉਹ ਜਿਹੜਾ ਹੈ ਇੱਕ ਬਹੁਤ ਮੈਂਟਲ ਲੈਵਲ ਤੇ ਇੱਕ ਜਿਵੇਂ ਕਹਿ ਲਓ ਕਿ ਧੱਕਾ ਲੱਗਦਾ ਵਾ ਇੱਕ ਡੈਂਟਿਸਟ ਨੂੰ ਕਿ ਮੈਂ ਇੱਕ ਡਾਕਟਰ ਹੋ ਕੇ ਤੇ ਇਹ ਸਭ ਕੰਮ ਕਰ ਰਿਹਾ ਵਾਂ। ਦੂਸਰੀ ਚੀਜ਼ ਇਹ ਹੈ ਕਿ ਜਿਹੜੀ ਇੱਥੋਂ ਦੀ ਅਪਗ੍ਰੇਡੇਸ਼ਨ ਦੀ ਪ੍ਰੋਸੈਸ ਹੈ ਉਹ ਟਾਈਮ ਦੀ ਵੈਲਿਊ ਨਾਲ ਤੇ ਮਨੀ ਵੈਲਿਊ ਨਾਲ ਇਟਸ ਵੈਰੀ ਚੈਲੰਜਿੰਗ। ਬਹੁਤ ਜ਼ਿਆਦਾ ਫਾਈਨੈਂਸ਼ੀਅਲੀ ਉਹ ਚੀਜ਼ ਐਕਸਪੈਂਸਿਵ ਹੈ ਔਰ ਉਹਨੂੰ ਟਾਈਮ ਲੱਗਦਾ ਹੈ। ਸੋ ਇਟਸ ਨਾਟ ਕਿ ਤੁਸੀਂ ਉਹਨੂੰ ਬਿਲਕੁਲ ਬਿਨਾਂ ਪ੍ਰਿਪਰੇਸ਼ਨ ਦੇ ਜੰਪ ਇਨ ਕਰ ਲਓ। ਤੁਹਾਨੂੰ ਪੂਰਾ ਟਾਈਮ ਲਗਾ ਕੇ ਹਾਰਡ ਵਰਕ ਕਰਨਾ ਪੈਂਦਾ ਹੈ, ਪੇਸ਼ੈਂਸ ਰੱਖ ਕੇ ਉਸ ਚੀਜ਼ ਨੂੰ ਨਿਭਾਉਣਾ ਪੈਂਦਾ ਹੈ। ਔਰ ਇਹ ਪ੍ਰੋਸੈਸ ਨੂੰ ਤਕਰੀਬਨ 2-3 ਸਾਲ ਔਨ ਐਨ ਐਵਰੇਜ ਲੱਗਦੇ ਆ ਔਰ ਬਹੁਤ ਜ਼ਿਆਦਾ ਉਹਦੇ ਵਿੱਚ ਤੁਹਾਡਾ ਪੈਸਾ ਵੀ ਇਨਵੈਸਟ ਹੁੰਦਾ ਹੈ। ਤਾਂ ਹਰ ਚੀਜ਼ ਨੂੰ ਜਦੋਂ ਤੁਸੀਂ ਸਟ੍ਰੈਟੇਜਿਕਲੀ ਪਲਾਨ ਕਰਕੇ ਚੱਲਦੇ ਹੋ ਤਾਂ ਹੀ ਉਸ ਚੀਜ਼ ਦਾ ਫਾਇਦਾ ਹੈ। ਅਦਰਵਾਈਜ਼ ਮੈਨੇ ਦੇਖਿਆ ਕਿ ਇੱਥੇ ਕਿੰਨੇ ਡੈਂਟਿਸਟ ਨੇ ਜਿਹੜੇ ਇੰਡੀਆ ਵਿੱਚ ਇੰਨਾ ਪ੍ਰੈਕਟਿਸ ਕਰਕੇ ਇੱਥੇ ਆ ਕੇ ਔਰ ਇੱਥੋਂ ਦੇ ਐਗਜ਼ਾਮਸ ਕਲੀਅਰ ਨਹੀਂ ਕਰ ਪਾਉਂਦੇ ਔਰ ਫਿਰ ਉਹ ਡਿਪਰੈਸ਼ਨ 'ਚ ਚਲੇ ਜਾਂਦੇ ਨੇ। ਦੈਨ ਅਨਦਰ ਥਿੰਗ ਇਜ਼ ਕਿ ਜਦੋਂ ਤੁਸੀਂ ਇਹ ਸਾਰੀ ਪ੍ਰੋਸੈਸ ਕਰ ਰਹੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਆਪਣੇ ਆਪ ਨੂੰ ਔਰ ਅਗਰ ਜਾਂ ਤਾਂ ਤੁਸੀਂ ਅਗਰ ਅਕੇਲੇ ਰਹਿ ਰਹੇ ਹੋ ਤਾਂ ਅਕੇਲੇ ਰਹਿਣ ਦੇ ਆਪਣੇ ਚੈਲੰਜਸ ਹੈ ਕਿ ਤੁਹਾਨੂੰ
ਬਾਹਰ ਦਾ ਵੀ ਦੇਖਣਾ ਹੈ, ਤੁਸੀਂ ਘਰ ਦੇ ਵੀ ਕੰਮ ਸਾਰੇ ਆਪ ਕਰਨੇ ਆ, ਕੋਈ ਮੇਡਸ ਨਹੀਂ ਹੈ, ਕੋਈ ਤੁਹਾਡੀ ਹੈਲਪ ਕਰਨ ਲਈ ਨਹੀਂ ਹੈ, ਦੈਨ ਤੁਸੀਂ ਮੀਨਵਾਈਲ ਤੁਸੀਂ ਪੜ੍ਹਨਾ ਵੀ ਹੈ, ਜੌਬ ਵੀ ਕਰਨੀ ਹੈ, ਸਭ ਕੁਝ ਕਰਨਾ ਹੈ। ਅਦਰ ਥਿੰਗ ਇਜ਼ ਜੇ ਤੁਸੀਂ ਫੈਮਿਲੀ ਦੇ ਨਾਲ ਰਹਿ ਰਹੇ ਹੋ ਤਾਂ ਫੈਮਿਲੀ ਦੇ ਨਾਲ ਦੇ ਆਪਣੇ ਚੈਲੰਜਸ ਹੈ, ਕਿਉਂਕਿ ਬੱਚਿਆਂ ਦੇ ਨਾਲ ਤੁਸੀਂ ਪੜ੍ਹਾਈ ਵੀ ਕਰਨੀ ਹੈ ਆਪਣੀ। ਪੜ੍ਹਾਈ ਇਹ ਨਹੀਂ ਹੈ ਕਿ ਕੋਈ ਸੌਖੀ ਪੜ੍ਹਾਈ ਹੈ, ਇਟਸ ਅ ਵੈਰੀ ਟਫ ਐਗਜ਼ਾਮ, ਪਰ ਤੁਸੀਂ ਬਿਨਾਂ ਪ੍ਰਿਪਰੇਸ਼ਨ ਦੇ ਉਹਦੇ ਵਿੱਚ ਨਹੀਂ ਜਾ ਸਕਦੇ। ਸੋ ਦੋਵੇਂ ਲਾਈਫ ਸਟਾਈਲਸ ਦੇ ਆਪਣੇ ਚੈਲੰਜਸ ਨੇ। ਅੱਛਾ, ਇੱਕ ਹੋਰ ਸਵਾਲ ਦੂਸਰੀ ਗੱਲ ਹੈ ਹਾਂਜੀ ਜੀ, ਭਾਰਤ ਦੇ ਵਿੱਚ ਤੁਸੀਂ ਪੜ੍ਹੇ, ਬਹੁਤ ਮਹਿੰਗੀ ਪੜ੍ਹਾਈ ਮੈਡੀਕਲ ਦੀ ਇੱਥੇ ਮੰਨੀ ਜਾਂਦੀ ਹੈ। ਜਦੋਂ ਅਸੀਂ ਕੈਨੇਡਾ ਜਾਂਦੇ ਹਾਂ ਕਿ ਇਹ ਤੋਂ ਵੀ ਜ਼ਿਆਦਾ ਸਾਨੂੰ ਜਿਹੜੇ ਐਕਸਪੈਂਸਸ ਨੇ ਪੇ ਕਰਨੇ ਪੈਂਦੇ ਨੇ, ਜਾਂ ਇਕੁਅਲ ਟੂ, ਜਾਂ ਜਿਹਦੀ ਸਮੀਖਿਆ ਕਰੀਏ ਫਾਈਨੈਂਸ਼ੀਅਲੀ ਧਰਾਤਲ ਦੇ ਉੱਪਰ ਕਿ ਦੋਵੇਂ ਦੇਸ਼ਾਂ ਦੇ ਵਿੱਚੋਂ ਮਹਿੰਗੀ ਪੜ੍ਹਾਈ ਕਿੱਥੇ ਹੈ? ਜੀ ਆਈ ਵੁੱਡ ਸੇ ਕਿ ਕੈਨੇਡਾ ਦੀ ਬਹੁਤ ਐਕਸਪੈਂਸਿਵ ਪੜ੍ਹਾਈ ਹੈ। ਉਹਦੇ ਇੱਕ ਰੀਜ਼ਨ ਇਹ ਹੈ ਕਿ ਜਿਹੜੀ ਕੈਨੇਡੀਅਨ ਡੈਂਟਿਸਟਰੀ ਵਿੱਚ ਜੋ ਟੈਕਨੀਕਸ, ਜੋ ਮਟੀਰੀਅਲ, ਜੋ ਟੈਕਨੋਲੋਜੀ ਯੂਜ਼ ਹੁੰਦੀ ਹੈ ਉਹ ਇੰਡੀਆ ਦੇ ਮੁਕਾਬਲੇ ਬਹੁਤ ਐਡਵਾਂਸਡ ਹੈ। ਔਰ ਉਹ ਐਡਵਾਂਸਡ ਜਦੋਂ ਤੁਸੀਂ ਟੈਕਨੋਲੋਜੀ ਲਰਨ ਕਰਨੀ ਆ ਔਰ ਉਹਨਾਂ ਦੇ ਕਨਸੈਪਟ ਸਾਰੇ ਸਿੱਖਣੇ ਆ, ਇੱਥੋਂ ਦੀ ਸਾਰੀ ਡੈਂਟਿਸਟਰੀ ਨੂੰ ਜਾਣਨਾ ਹੈ ਤੁਸੀਂ, ਤਾਂ ਤੁਹਾਨੂੰ ਉਨਾ ਹੀ ਖਰਚਾ ਕਰਨਾ ਪੈਂਦਾ ਹੈ। ਇੱਥੇ ਈਵਨ ਜਿਹੜੀ ਡੈਂਟਲ ਟ੍ਰੀਟਮੈਂਟ ਹੈ ਉਹ ਬਹੁਤ ਐਕਸਪੈਂਸਿਵ ਹੈ, ਤਾਂ ਹੀ ਅਸੀਂ ਸੁਣਦੇ ਹਾਂ ਕਿ ਲੋਕੀ ਇੰਡੀਆ ਜਾ ਕੇ ਟ੍ਰੀਟਮੈਂਟ ਕਰਾ ਰਹੇ ਕਿਉਂਕਿ ਉਹ ਇੱਥੇ ਅਫੋਰਡ ਨਹੀਂ ਕਰ ਪਾ ਰਹੇ। ਦ ਸੇਮ ਵੇ ਜਿਹੜੀ ਡੈਂਟਿਸਟਰੀ ਦੀ ਐਜੂਕੇਸ਼ਨ ਹੈ ਇੱਥੇ ਉਹ ਵੀ ਬਹੁਤ ਐਕਸਪੈਂਸਿਵ ਹੈ ਇੰਡੀਆ ਦੇ ਕੰਪੈਰੀਟਿਵਲੀ। ਕੀ ਜਿਹੜਾ ਮੈਡੀਕਲ ਇੰਸ਼ੋਰੈਂਸ ਹੁੰਦੀ ਹੈ ਉਹਦੇ ਵਿੱਚ ਦੰਦਾਂ ਦਾ ਇਲਾਜ ਸ਼ਾਮਲ ਨਹੀਂ ਹੈ ਕੈਨੇਡਾ ਦੇ ਵਿੱਚ? ਨਹੀਂ, ਮੈਡੀਕਲ ਇੰਸ਼ੋਰੈਂਸ ਵਿੱਚ ਦੰਦਾਂ ਦਾ ਇਲਾਜ ਸ਼ਾਮਿਲ ਨਹੀਂ ਹੈ। ਦੰਦਾਂ ਦੇ ਇਲਾਜ ਲਈ ਇੱਥੇ ਇੱਕ ਸੈਪਰੇਟ ਇੰਸ਼ੋਰੈਂਸ ਹੁੰਦੀ ਹੈ, ਡੈਂਟਲ ਇੰਸ਼ੋਰੈਂਸ, ਜਿਹੜੀ ਹਰ ਬੰਦੇ ਕੋਲ ਨਹੀਂ ਹੁੰਦੀ। ਸੋ ਅਗਰ ਤਾਂ ਤੁਸੀਂ ਬਹੁਤ ਕਹਿ ਲਓ ਕਿ ਲੋ ਮਿਡਲ ਕਲਾਸ ਫੈਮਿਲੀ ਹੋ ਤਾਂ ਮੇ ਬੀ ਗਵਰਨਮੈਂਟ ਸਪੋਰਟਡ ਪ੍ਰੋਗਰਾਮਸ ਨੇ ਜਿਹੜੇ ਤੁਹਾਨੂੰ ਹੈਲਪ ਕਰਦੇ ਨੇ, ਤੁਹਾਨੂੰ ਇੰਸ਼ੋਰੈਂਸ ਪ੍ਰੋਵਾਈਡ ਕਰਦੇ ਅਪ ਟੂ ਸਰਟਨ ਐਕਸਟੈਂਟ। ਅਗਰ ਬੱਚੇ ਨੇ, ਬੱਚਿਆਂ ਨੂੰ ਵੀ ਸਰਕਾਰ ਥੋੜਾ ਕੁਝ ਇੰਸ਼ੋਰੈਂਸ ਦਿੰਦੀ ਹੈ ਫॉर ਡੈਂਟਲ ਟ੍ਰੀਟਮੈਂਟ। ਪਰ ਜਿਹੜੇ ਐਡਲਟਸ ਨੇ, ਬਾਕੀ ਕਾਫੀ ਜੌਬਸ ਵਾਲੇ ਜਿਹੜੀਆਂ ਅੱਛੀਆਂ ਜੌਬਸ ਨੇ ਉਹਨਾਂ ਤੇ ਡੈਂਟਲ ਇੰਸ਼ੋਰੈਂਸ ਤੁਹਾਨੂੰ ਵਰਕ ਪਲੇਸ ਤੋਂ ਮਿਲਦੀ ਹੈ, ਔਰ ਜਿਨ੍ਹਾਂ ਨੂੰ ਵਰਕ ਪਲੇਸ ਤੋਂ ਨਹੀਂ ਮਿਲਦੀ ਉਹਨਾਂ ਕੋਲ ਕੋਈ ਇੰਸ਼ੋਰੈਂਸ ਨਹੀਂ ਹੁੰਦੀ। ਔਰ ਅਗਰ ਤੁਸੀਂ ਪ੍ਰਾਈਵੇਟ ਸੈਕਟਰ ਤੋਂ ਇੰਸ਼ੋਰੈਂਸ ਬਾਈ ਕਰਨਾ ਚਾਹੁੰਦੇ ਹੋ ਤਾਂ ਉਹ ਬਹੁਤ ਐਕਸਪੈਂਸਿਵ ਹੁੰਦੀ ਹੈ ਜੀ, ਐਂਡ ਨਾਟ एवरीवन ਕੈਨ ਅਫੋਰਡ ਕਿ ਤੁਸੀਂ ਉਹਨੂੰ ਬਾਈ ਕਰੋ ਔਰ ਪ੍ਰੀਮੀਅਮਸ ਪੇ ਕਰੋ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਕੈਨੇਡਾ ਮੂਵ ਹੋਣ ਦੇ ਚਾਹਵਾਨ ਹੋ ਸਟੱਡੀ ਦੇ ਉੱਪਰ, ਜਾਂ ਉੱਥੇ ਜਾ ਕੇ ਟੈਸਟ ਦੇਣਾ ਚਾਹੁੰਦੇ ਹੋ, ਜਾਂ ਪੱਕੇ ਤੌਰ ਤੇ ਮੂਵ ਹੋਣਾ ਚਾਹੁੰਦੇ ਹੋ, ਤਾਂ ਸਾਡੇ ਦੋਵੇਂ ਐਕਸਪਰਟਸ ਦੇ ਜਿਹੜੇ ਲਿੰਕਡਨ ਨੇ, ਈਮੇਲ ਆਈਡੀਜ਼, ਫੋਨ ਨੰਬਰ ਟੀਵੀ ਤੇ ਫਲੈਸ਼ ਕੀਤੇ ਜਾ ਰਹੇ ਨੇ। ਤੁਸੀਂ ਸਪੈਸ਼ਲ ਤੌਰ ਤੇ ਡੈਂਟਿਸਟ ਲਾਈਨ ਦੇ ਵਿੱਚ ਮੂਵ ਹੋਣਾ ਚਾਹੁੰਦੇ ਹੋ ਅਬਰੋਡ, ਇੰਡੀਆ ਤੋਂ ਲੈ ਕੇ ਕੈਨੇਡਾ ਦੀ ਜਿਹੜੀ ਜਰਨੀ ਹੈ ਉਹਦੇ ਬਾਰੇ ਹੋਰ ਸਵਾਲ ਤੁਹਾਡੇ ਜ਼ਿਹਨ 'ਚ ਹੋਣਗੇ ਤਾਂ ਤੁਸੀਂ ਉਪਮਾ ਜੀ ਨੂੰ ਔਰ ਵੈਭਵ ਜੀ ਨੂੰ ਜਿਹੜੇ ਹੈਗੇ कर सकते हैं। वैभव जी, अब मैं दोबारा आपके तरफ आऊँगा जी। जो एक कनेडियन एजुकेशन सिस्टम है, दूसरा जर्नल में बात कर रहा हूँ, उसमें क्या होता है +2 के बाद हायर सेकेंडरी के बाद बच्चा जाता है, 6 बैंड ले लिए चला गया, या पोस्ट ग्रेजुएशन के लिए चला गया 6.5 बैंड ले लिए। उसके बाद 2 ऑप्शंस होती हैं, या तो वो स्टडी के बाद CC क्लास में डालता है या किसी PNP को अडॉप्ट कर लेता है। क्या डेंटिस्ट के लिए भी ये सेम प्रोसीजर है? उसके लिए आइल्ट स्कोर क्या रहेगा? CC में ही उसको PR मिलेगी या उसे किसी PNP का सहारा लेना पड़ेगा? ये एक बहुत ही इंडिविजुअलिस्टिक प्रोफाइल वाला केस हो गया कि हर एक बंदे का अलग सिनेरियो है। जनरली हम लोग वो रिकमेंड मतलब वो लास्ट रिकमेंडेशन होती है कि आपने सीधा 12th पास करी और सीधा चले कर 2 साल का कोर्स किया। उसके बाद भी हम ये रिकमेंड करते हैं कि वो कोर्स के बाद मत रुको, बिकॉज एक बैचलर डिग्री लेना जरूरी है, राइट? आपको आगे के मास्टर्स भी करनी है। क्योंकि अगर आप स्किल स्पेसिफिक सिर्फ डिप्लोमा में आके रुक जाएंगे तो शायद से आप वो डेंटिस्ट के लेवल तक पहुंच नहीं पाएंगे जहां जो आप अटेन करना चाहते हैं कनाडा में। सेम वे इंडिया में अगर आप कोई डिप्लोमा कर लो और कोई डिग्री ना करो तो आप कैसे मास्टर्स या आगे लाइसेंस ले सकते हो टू प्रैक्टिस इन अ प्रोफेशन। सेम वेज कनाडा में भी है। तो हम बोलते हैं कि आप आज जिस सिचुएशन में हो या आप कनाडा जाके स्क्रैच से शुरू करना चाहते हो, दोनों केस में आप कैनेडियन एक्सपीरियंस क्लास में जाओगे या फेडरल स्किल वर्कर में जाओगे, वो आपके पास्ट एक्सपीरियंस और फ्यूचर एक्सपीरियंस में। तभी एक पॉइंट में यहाँ पे छोटा सा ऐड करता हूँ जो उपमा ने भी बोला कि हम अगर नॉर्थ अमेरिकन एजुकेशन लेने जाते हैं उसके बाद हम ट्राई करते हैं कि हम लोकल मार्केट में एंटर कर जाएं, बिकॉज आप जब एक एजुकेशन ले लेते हो कनाडा में तो आपकी एक रिकॉग्निशन हाई हो जाती है एज कंपेयर टू किसी और से, राइट, जो बाहर से डायरेक्टली अप्लाई करता है। तो आप जैसे ही लोकल मार्केट में एंटर करते हो तो आपको एक अपॉर्चुनिटी मिल जाती है एज एन असिस्टेंट व्हेन यू गेट रेगुलेटेड, राइट? तो आपको असिस्टेंट बन के लेट्स सपोज आपने किसी डेंटल ऑफिस को ज्वाइन कर लिया तो आपका सीधा सीधा एक्सपीरियंस भी शुरू हो गया।
तो सेम वेज अब आपका पिछला एक्सपीरियंस हो सकता है इंडिया में भी हो सकता है वो आपको 1 साल कनाडा में भी एक्सपीरियंस मिल गया हो, तो उस केस में आपके लिए तो दोनों प्रोग्राम्स ही ऑप्शंस ऑल्टरनेटिव्स खुल गए। तो ये चीज बहुत इंडिविजुअल प्रोफाइल पे डिपेंड करती है, बट रिसेंटली हम देख ही रहे हैं कि कनेडियन एक्सपीरियंस क्लास के स्कोर्स कितने नीचे जा रहे हैं। सो डेफिनेटली कनेडियन एक्सपीरियंस क्लास इज मोस्ट प्रेफर्ड राइट नाउ। ਜੀ ਉਪਮਾ ਜੀ, ਜੇ ਸੀਸੀ ਦੇ ਵਿੱਚ ਜਾਣਾ ਤਾਂ ਓਬਵੀਅਸ ਲੈ ਕੇ ਤੁਹਾਨੂੰ ਸੇਮ ਫੀਲਡ ਦੇ ਵਿੱਚ ਜਿਹੜਾ ਹੈਗਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਆਫਟਰ ਕੰਪਲੀਸ਼ਨ ਆਫ ਕੋਰਸਸ। ਕਿੰਨਾ ਕੁ ਈਜ਼ੀ ਹੈ ਕਿ ਆਪਣੇ ਫੀਲਡ ਦੇ ਵਿੱਚ ਜੌਬ ਲੱਭ ਲੈਣਾ, ਨਹੀਂ ਤੇ ਅਦਰਵਾਈਜ਼ ਕੀ ਹੁੰਦਾ ਕਿ ਇੱਕ ਤੋਂ ਦੂਜੀ ਪ੍ਰੋਵਿੰਸ ਦੇ ਵਿੱਚ ਬੱਚੇ ਮੂਵ ਹੋ ਕੇ ਫਿਰ ਪੀਆਰ ਦਾ ਜੁਗਾੜ ਕਰਦੇ ਨੇ। ਸੋ ਡੈਂਟਿਸਟ ਲਈ ਕਿੰਨਾ ਕੁ ਸੌਖਾ ਹੈਗਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਦੌਰਾਨ ਜੌਬ ਲੈਣਾ? ਜੀ ਦੇਖੋ, ਡਿਪੈਂਡ ਕਰਦਾ ਇੱਕ ਤਾਂ ਕਿ ਤੁਸੀਂ ਕੀ ਕੋਰਸ ਕੀਤਾ ਹੈ ਕਿ ਜਦੋਂ ਤੁਸੀਂ ਕੈਨੇਡਾ ਆਏ ਹੋ। ਇਹ ਯਾਦ ਰੱਖਣਾ ਹੈ ਕਿ ਜੋ ਇੰਡੀਆ ਵਿੱਚ ਤੁਹਾਡਾ ਐਕਸਪੀਰੀਅੰਸ ਹੈ ਉਹ ਜ਼ਿਆਦਾ ਕੁਝ ਕਾਊਂਟ ਨਹੀਂ ਕਰਦਾ ਇੱਥੇ, ਭਾਵੇਂ ਤੁਸੀਂ ਉੱਥੇ 15 ਸਾਲ ਐਜ਼ ਅ ਡੈਂਟਿਸਟ ਕੰਮ ਕੀਤਾ ਹੈ, ਪਰ ਇੱਥੇ ਕੋਈ ਵੀ ਤੁਹਾਨੂੰ ਪੇਸ਼ੈਂਟ ਨੂੰ ਹੱਥ ਨਹੀਂ ਲਗਾਉਣ ਦੇਗਾ ਅਨਲੈਸ ਐਂਡ ਅੰਟਿਲ ਯੂ ਹੈਵ ਦੈਟ ਲਾਇਸੈਂਸਿੰਗ। ਸੋ ਇੱਥੇ ਏਦਾਂ ਹੈ ਕਿ ਤੁਸੀਂ ਅਗਰ ਤਾਂ ਡੈਂਟਲ ਅਸਿਸਟਿੰਗ, ਡੈਂਟਲ ਹਾਈਜੀਨਿਸਟ ਇਹੋ ਜਿਹੇ ਕੋਰਸਸ ਕੀਤੇ ਆ ਜਿਹੜੇ ਥੋੜੇ ਕਲੀਨਿਕਲ ਨੇ, ਉਹਦੇ ਨਾਲ ਤੁਸੀਂ ਡੈਂਟਲ ਫੀਲਡ ਵਿੱਚ ਪ੍ਰੈਕਟਿਸ ਕਰ ਸਕਦੇ ਹੋ। ਪਰ ਅਗਰ ਤੁਸੀਂ ਨਾਨ ਕਲੀਨਿਕਲ ਕੋਈ ਕੋਰਸ ਕੀਤਾ ਹੈ, ਜਿਵੇਂ ਤੁਸੀਂ ਮਾਸਟਰਸ ਇਨ ਪਬਲਿਕ ਹੈਲਥ ਕੀਤਾ ਹੈ ਜਾਂ ਹੈਲਥ ਐਡਮਿਨਿਸਟ੍ਰੇਸ਼ਨ ਇਦਾਂ ਦਾ ਕੋਈ ਕੋਰਸ ਕੀਤਾ ਹੈ, ਤਾਂ ਉਹਦੇ ਨਾਲ ਡਾਇਰੈਕਟਲੀ ਜਾਣਾ ਡੈਂਟਲ ਕਲੀਨਿਕ ਵਿੱਚ ਕੰਮ ਕਰਨਾ, ਦੈਟਸ ਰੀਅਲੀ ਟਫ। ਔਰ ਇਸ ਲਈ ਜ਼ਿਆਦਾਤਰ ਜਿਹੜੇ ਡੈਂਟਿਸਟ ਨੇ ਜਿਨ੍ਹਾਂ ਕੋਲ ਇਹਨਾਂ 'ਚ ਕੋਈ ਵੀ ਆਪਸ਼ਨ ਨਹੀਂ ਹੁੰਦਾ ਕਲੀਨਿਕਲ, ਉਹਨਾਂ ਨੂੰ ਔਰ ਜੌਬਸ ਹੀ ਕਰਨੀਆਂ ਪੈਂਦੀਆਂ ਨੇ। ਜਦੋਂ ਤੱਕ ਉਹਨਾਂ ਦਾ ਲਾਇਸੈਂਸਿੰਗ ਨਹੀਂ ਹੋ ਜਾਂਦਾ ਉਹ ਔਰ ਜੌਬਸ ਹੀ ਕਰਦੇ ਨੇ। ਹੋਰ ਸਵਾਲ, ਅਲਟੀਮੇਟਲੀ ਪੰਜਾਬੀ ਦੀ ਕਹਾਵਤ ਹੈ ਕਿ 100 ਹੱਥ ਰੱਸਾ ਸਿਰੇ ਤੇ ਗੰਢ। ਇਨਸਾਨ ਕਿਤੇ ਵੀ ਚਲਾ ਜਾਵੇ ਉਹਦਾ ਇੱਕ ਮੋਟਿਵ ਜ਼ਰੂਰ ਹੁੰਦਾ ਕਿ ਜੋ ਮੈਂ ਅੱਜ ਤੱਕ ਖਰਚਿਆ, ਆਪਣਾ ਪੈਸਾ ਇਨਵੈਸਟ ਕੀਤਾ, ਸਮਾਂ ਇਨਵੈਸਟ ਕੀਤਾ, ਉਹਦੀ ਰਿਟਰਨ ਕੀ ਹੈ। ਕਿਹਾ ਜਾਂਦਾ ਹੈ ਕਿ ਕੈਨੇਡਾ ਦੇ ਵਿੱਚ ਭਾਰੀ ਜਿਹੜੇ ਵੇਜਸ ਨੇ ਉਹ ਅੱਛੇ ਮਿਲਦੇ ਨੇ। ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਕੋਲ ਲਾਇਸੈਂਸ ਹੈ, ਪੜ੍ਹਾਈ ਕੰਪਲੀਟ ਹੈ, ਅੱਛੇ ਲੈਵਲ ਦੇ ਹਸਪੀਟਲ ਦੇ ਵਿੱਚ ਆਪਣਾ ਕਲੀਨਿਕ ਖੋਲ੍ਹਦੇ ਨੇ। ਕੰਪੇਅਰ ਟੂ ਇੰਡੀਆ ਕਿਸ ਤਰ੍ਹਾਂ ਦਾ ਫਾਈਨੈਂਸ਼ੀਅਲੀ ਸਿਚੁਏਸ਼ਨ ਹੈਗੀ ਹੈ? ਜੀ ਕੰਪੇਅਰ ਟੂ ਇੰਡੀਆ ਫਾਈਨੈਂਸ਼ੀਅਲ ਸਿਚੁਏਸ਼ਨ ਇੱਥੇ ਡੈਂਟਿਸਟ ਦੀ ਬਹੁਤ ਅੱਛੀ ਹੈ। ਇੰਡੀਆ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੇ ਡੈਂਟਿਸਟ ਨੇ ਉਹ ਬਹੁਤ ਜ਼ਿਆਦਾ ਪ੍ਰੋਫੈਸ਼ਨਲੀ ਖੁਸ਼ ਨਹੀਂ ਹੈਗੇ ਆਪਣੇ ਕਰੀਅਰ ਗਰੋਥ ਤੋਂ, ਪਰ ਇੱਥੇ ਜ਼ਿਆਦਾਤਰ ਡੈਂਟਿਸਟ ਜਿਹੜੇ ਆ ਉਹ ਖੁਸ਼ ਹੁੰਦੇ ਆਪਣੇ ਕਰੀਅਰ ਦੀ ਗਰੋਥ ਤੋਂ। ਪਲੱਸ ਇੱਥੇ ਜਿਹੜੀ ਡੈਂਟਿਸਟਰੀ ਹੈ ਉਹ ਵਨ ਆਫ ਦਾ ਹਾਈਐਸਟ ਪੇਡ ਪ੍ਰੋਫੈਸ਼ਨਸ ਹੈ। ਸੋ ਔਰ ਜਿਹੜੀ ਇੱਥੋਂ ਦੀ ਡੈਂਟਲ ਫੀਸ ਹੈ ਉਹ ਬਹੁਤ ਹੀ ਰੈਗੂਲੇਟਡ ਹੈ ਬਾय ਦ ਗਵਰਨਮੈਂਟ। ਸੋ ਹਰ ਪ੍ਰੋਵਿੰਸ ਦੀ ਆਪਣੀ ਇੱਕ ਡੈਂਟਲ ਫੀ ਗਾਈਡ ਹੈ। ਸੋ ਜਿਹੜਾ ਹਰ ਇੱਕ ਡੈਂਟਿਸਟ ਨੇ ਉਹੀ ਫੀਸ ਚਾਰਜ ਕਰਨੀ ਹੈ। ਇਹ ਨਹੀਂ ਕਿ ਤੁਹਾਨੂੰ ਕੋਈ ਬਾਰਗੇਨਿੰਗ ਹੋ ਰਹੀ ਹੈ ਜਾਂ ਤੁਸੀਂ ਡੈਂਟਿਸਟ ਨੂੰ ਕਹੋ ਘਟਾ ਲਓ ਇਹ ਵਧਾ ਲਓ, ਜਿਵੇਂ ਇੰਡੀਆ 'ਚ ਆਪਾਂ ਦੇਖਦੇ ਹਾਂ, ਤਾਂ ਉਦਾਂ ਦਾ ਇੱਥੇ ਕੁਝ ਵੀ ਨਹੀਂ ਹੈ। ਸੋ ਇਸ ਲਈ ਕੋਟਾ ਸਿਸਟਮ ਬੜਾ ਹੈ ਨਾ। ਹਾਂਜੀ, ਇੱਥੇ ਇਦਾਂ ਦਾ ਕੁਝ ਨਹੀਂ ਹੈ। ਸੋ ਡੈਂਟਿਸਟ ਨੇ ਜਿੰਨੀ ਮਿਹਨਤ ਕੀਤੀ ਉਸ ਹਿਸਾਬ ਨਾਲ ਜੋ ਫੀਸ ਹੈਗੀ ਹੈ ਉਹ ਲੋਕਾਂ ਨੂੰ ਪੇ ਕਰਨੀ ਪੈਂਦੀ ਹੈ। ਸੋ ਡੈਂਟਿਸਟ ਨੇ ਵੀ ਉਹ ਲੈਣੀ ਹੈ। ਸੋ ਇਸ ਹਿਸਾਬ ਨਾਲ ਡੈਂਟਿਸਟ ਦੀ ਜਿਹੜੀ ਇਨਕਮ ਹੈ ਔਰ ਬਹੁਤ ਸਟੇਬਲ ਰਹਿੰਦੀ ਹੈ, ਔਰ ਪਲੱਸ ਉਹਨਾਂ ਨੂੰ ਉਹਨਾਂ ਦਾ ਹਾਰਡ ਵਰਕ ਦਾ ਪ੍ਰੋਪਰ ਡਿਜ਼ਰਵਿੰਗ ਰਿਵਾਰਡ ਮਿਲਦਾ ਹੈ। ਜੀ ਇਸ ਵਕਤ ਚੈਲੰਜ ਇਹ ਹੈ ਜੀ ਭਾਰਤੀ ਲੋਕਾਂ ਦਾ, ਸਾਡੇ ਪੰਜਾਬੀਆਂ ਦਾ, कि राइट मैं वैभव जी आपकी तरफ आ रहा हूँ। राइट वो करियर काउंसलिंग लेनी चाहता है, राइट उसको व्यक्ति मिले जो उसको गाइड कर पाए, है ना। अभी क्या है, पंजाब में बड़ी सारी एडवर्टीजमेंट है, कंसल्टेंट्स, एजेंट, अभी तो इन्वेस्टर्स आ गए हैं इसमें कि जी हमारे से वीज़ा लगो, हमारे से वीज़ा लगो। उन्होंने कभी भी डेंटिस्ट का कोर्स नहीं किया, कोई डेंटिस्ट इवन दोस्त भी नहीं होता, कभी खुद कनाडा भी नहीं गए। सो जो लोग इंटरव्यू देख रहे हैं जिसको लगा कि नहीं ये दो हमारे गेस्ट हैं, इनका बहुत अच्छा एक्सपीरियंस है, इनसे कोई बेनिफिट ले लें, तो एक एप्लीकेंट के लिए, कैंडिडेट के लिए क्या स्टेप है आपसे जुड़ने का? अब जैसे एक अच्छी चीज है उपमा ने बोली कि इंडिया का डेंटिस्ट का एक्सपीरियंस बिल्कुल भी काउंट नहीं होता प्रैक्टिकल एस्पेक्ट में जब हम काम करने जाते हैं कनाडा में। सेम वेज हमारा एक्सपीरियंस एटलीस्ट इमिग्रेशन के लिए काउंट होता है, राइट। तो एक छोटा सा यहाँ पे पॉइंट है कि करियर, एजुकेशन और इमिग्रेशन तीनों इंडिपेंडेंट चीजें हैं, और किसी को ये तीनों इंडिपेंडेंट चीजों को मिला के अपने लिए एक सोल्यूशन बनाना होता है। तो अगर हमारे साथ कोई ये जुड़ता है किसी काम के लिए, तो आप देख ही रहे हैं कि यहाँ पे अपने अपने स्पेशलिस्ट हैं जो साथ में काम करते हैं। उपमा स्पेशलाइजेज इन डेंटिस्ट, आई स्पेशलाइज इन करियर, एजुकेशन एंड इमिग्रेशन टुगेदर कंबाइंड। तो हम लोग सारे मिलके एक सोल्यूशन देते हैं कि उसके लिए करियर में आगे क्या पाथवे होना चाहिए किसी के लिए जाने के लिए, और उसी के हिसाब से हम किसी को ये बताते हैं कि ये सबसे ऑप्टिमल सोल्यूशन है, यानी
आपके लिए ये एक किफायती रूट है जो आपको बेटर रिजल्ट दे सकता है, बिकॉज हर एक ऑप्शन लेने के अलग अलग कॉस्ट है। आप एग्जाम चैलेंज करने जाते हो उसकी अलग कॉस्ट है, आप एक पोस्ट ग्रेजुएट करने जाते हो तो उसकी अलग कॉस्ट है। जी ਉਪਮਾ ਜੀ, ਵੈਸੇ ਤਾਂ ਕਾਫੀ ਕੁਝ ਕਵਰ ਹੋ ਗਿਆ, ਥੋੜਾ ਸਮਾਂ ਸਾਡੇ ਕੋਲ 1 ਮਿੰਟ ਦਾ ਮੈਂ ਚਾਹੂੰਗਾ ਇਹਦੇ ਵਿੱਚ ਤੁਹਾਡਾ ਕੋਈ ਖਾਸ ਮੈਸੇਜ, ਜਿਹੜਾ ਕਿ ਤੁਸੀਂ ਭਾਰਤ ਦੇ ਵਿੱਚ ਵੀ ਸਟੂਡੈਂਟ ਰਹੇ, ਕੈਨੇਡਾ ਦੇ ਵਿੱਚ ਵੀ ਰਹੇ, ਅੱਜ ਇੱਕ ਸਕਸੈਸ ਡੈਂਟਿਸਟ ਹੋ, ਸਾਡੇ ਸਟੂਡੈਂਟਸ ਲਈ ਜੋ ਜਾਣਾ ਚਾਹੁੰਦੇ ਨੇ, ਐਪਲੀਕੈਂਟ ਜਾਣਾ ਚਾਹੁੰਦੇ ਨੇ ਕੈਨੇਡਾ, ਉਹਨਾਂ ਲਈ ਕੁਝ ਖਾਸ ਸ਼ਬਦਾਂ ਦੇ ਵਿੱਚ ਕੋਈ ਮੈਸੇਜ? ਜੀ ਮੈਂ ਉਹਨਾਂ ਨੂੰ ਕਹਿਣਾ ਚਾਹਾਂਗੀ ਕਿ ਪਹਿਲੀ ਤੇ ਗੱਲ, ਜਦੋਂ ਤੁਸੀਂ ਅਗਰ ਇੱਥੇ ਸਟੱਡੀ ਵੀਜ਼ਾ ਤੇ ਆ ਰਹੇ ਹੋ ਜਾਂ ਪੀਆਰ ਤੇ ਆ ਰਹੇ ਹੋ ਤਾਂ ਇੱਕ ਪ੍ਰੋਪਰ ਆਪਣਾ ਇੱਕ ਕਰੀਅਰ ਰੋਡ ਮੈਪ ਤਿਆਰ ਕਰਕੇ ਆਓ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡਾ ਨੈਕਸਟ ਸਟੈਪ ਕੀ ਹੋਣਾ। ਹਰ ਚੀਜ਼ ਇੱਕ ਸਟ੍ਰੈਟੇਜਿਕਲੀ ਪਲਾਨ ਕਰਕੇ ਹੀ ਕੈਨੇਡਾ ਆਓ। ਇਹ ਨਹੀਂ ਕਿ ਕੈਨੇਡਾ ਜਾਵਾਂਗੇ ਉੱਥੇ ਦੇਖਾਂਗੇ ਕਿ ਕੀ ਹੈ। ਸਾਰੀ ਰਿਸਰਚ ਆਪਣੇ ਵੱਲੋਂ ਪਹਿਲਾਂ ਕਰੋ ਔਰ ਇਮੀਗ੍ਰੇਸ਼ਨ ਕੰਸਲਟੈਂਟ ਦੀ ਜਿਹੜੀ ਉਹ ਤੇ ਰਾਏ ਲਓ ਕਿ ਜਿਹੜੀ ਤੁਹਾਡੀ ਰਿਸਰਚ ਹੈ ਉਹ ਕਿੰਨੀ ਸਹੀ ਹੈ, ਜਾਂ ਤੁਸੀਂ ਇਹ ਕੋਰਸ ਕਰਨਾ ਚਾਹੁੰਦੇ ਹੋ ਤਾਂ ਉਹਦੇ ਕੀ ਆਪਸ਼ਨਸ ਨੇ, ਮੈਂ ਇਦਾਂ ਕਰਨਾ ਚਾਹੁੰਦਾ ਉਹਦੇ ਕੀ ਆਪਸ਼ਨਸ ਹੈ। ਹਰ ਇੱਕ ਚੀਜ਼ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਸ ਚੀਜ਼ ਦਾ ਜਿਹੜਾ ਵੀ ਸਪੈਸ਼ਲਿਸਟ ਹੈ ਉਹਦੀ ਰਾਏ ਜ਼ਰੂਰ ਲਓ। ਨਹੀਂ ਤਾਂ ਬਹੁਤ ਫਰਾਡਸ ਨੇ, ਆਪਾਂ ਦੇਖਦੇ ਹਾਂ ਇਮੀਗ੍ਰੇਸ਼ਨ ਕੰਸਲਟੈਂਟਸ 'ਚ ਵੀ। ਈਵਨ ਜਦੋਂ ਤੁਸੀਂ ਇੱਥੇ ਆਉਂਦੇ ਹੋ, ਜਿਹੜੇ ਲੋਕੀ ਈਵਨ ਡੈਂਟਿਸਟਰੀ 'ਚ ਵੀ ਕਈ ਲੋਕ ਹੈਲਪ ਕਰਦੇ ਆ ਤਾਂ ਦੇ ਡੋਂਟ ਡੂ ਇਟ ਇਨ ਅ ਰਾਈਟ ਵੇ। ਬਹੁਤ ਫਰਾਡਸਟਰਸ ਵੀ ਨੇ ਇੱਥੇ। ਸੋ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਜਿਸ ਬੰਦੇ ਦੀ ਰਾਏ ਲੈ ਰਹੇ ਹੋ ਉਹ ਪੂਰਾ ਟਰਸਟਵਰਦੀ ਹੋਵੇ ਔਰ ਤੁਸੀਂ ਉੱਤੇ ਵਿਸ਼ਵਾਸ ਕਰਕੇ ਉਹਦਾ ਰੋਡ ਮੈਪ ਫੋਲੋ ਕਰਕੇ ਤੁਸੀਂ ਇੱਥੇ ਸਕਸੈਸ ਹਾਸਲ ਕਰੋ। ਦੂਸਰੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਮੈਂਟਲੀ ਸਟਰੋਂਗ ਕਰਕੇ ਆਓ ਕਿ ਇੱਥੇ ਟਾਈਮ ਲੱਗਦਾ ਹੈ, ਪੇਸ਼ੈਂਸ ਰੱਖਣੀ ਪੈਂਦੀ ਹੈ। ਜੇ ਤੁਹਾਨੂੰ ਔਰ ਜੌਬਸ ਕਰਨੀਆਂ ਪੈਂਦੀਆਂ ਥੋੜਾ ਟਾਈਮ ਤਾਂ ਦੈਨ ਗੋ ਫॉर ਇਟ। ਪਰ ਕਿਉਂਕਿ ਜਿਹੜਾ ਕੈਨੇਡੀਅਨ ਕਲਚਰ ਹੈ ਇਟਸ ਵੈਰੀ ਡਿਫਰੈਂਟ ਦੈਨ ਇੰਡੀਅਨ ਕਲਚਰ। ਸੋ ਤੁਸੀਂ ਜਿਹੜੀ ਆਪਣੀ ਇੱਕ ਇੰਡੀਅਨ ਮੈਂਟੈਲਿਟੀ ਉੱਥੇ ਛੱਡ ਕੇ ਆ ਕੇ ਇੱਕ ਓਪਨ ਮਾਈਂਡ ਨਾਲ ਕੈਨੇਡੀਅਨ ਕਲਚਰ ਨੂੰ ਐਮਬ੍ਰੇਸ ਕਰੋ ਔਰ ਇਹਦੇ ਵਿੱਚ ਸਕਸੈਸਫੁਲ ਹੋਵੋ। ਜੀ ਉਪਮਾ, ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ जुड़े। थैंक यू सो मच। वैभव जी, आपका भी बहुत बहुत धन्यवाद, आप हमारे साथ जुड़े। और दर्शकों का भी शुक्रिया, दर्शकों ने बहुत ही प्यार से ये शो को देखा और मैं चाहूँगा इसका प्रैक्टिकल लाभ उठाएं। किसी भी व्यक्ति नूं डेंटिस्ट नूं लैके, जॉब नूं लैके, टैसट नूं लैके, पीआर नूं लैके, इमीग्रेशन नूं लैके जां टूरिस्ट वीज़ा, स्टडी वीज़ा नूं लैके कोई सवाल हैगा तो वैभव जी, उपमा जी नाल संपर्क कर सकते हैं। इन्हां दा ईमेल, फोन नंबर, लिंकडन डिटेल थल्ले च आ रही है। अदा शो इत्थे खत्म करांगे जी। धन्यवाद, सत श्री अकाल।